बिस्मिल्लाहिर्रहमानिर्रहीम। अस्सलाम वालेकुम वीवर्स, वेलकम टू किसान दोस्त। मौजूद वीवर्स, असील हैन फार्म पर मौजूद हूँ। असील हैन फार्मिंग के हवाले से आपके साथ इंफॉर्मेशन शेयर करूँगा। जो लोग शौक़ के तौर पर या कारोबार के तौर पर असील मुर्गियाँ और मुर्गे रखना चाहते हैं, इनकी मुकम्मल फिजिबिलिटी, खुराक, खर्चा, नफ़ा नुकसान, बीमारियाँ और बीमारियों का हल, सारा कुछ आपके साथ शेयर करूँगा। आपसे करता हूँ रिक्वेस्ट, वीडियो को एंड तक ज़रूर देखिएगा, आपको सीखने को बहुत कुछ मिलेगा। तो चलिए इनके ओनर से करते हैं गुफ्तगू। अस्सलाम वालेकुम। जी वालेकुम अस्सलाम। सर कैसे हैं? जी अल्लाह का करम बेहतरीन जी। सर आपका नाम? मेरा नाम इरफान। कहाँ से हैं आप? मैं समड़ियाल से हूँ। सर उर्दू में बात करेंगे या पंजाबी में? जी मैं पंजाबी च गल करांगा। ठीक। अच्छा सर ए दसो कि असील मुर्गियां दी फार्मिंग किन्ने सालों तो पे करदे हो? जी तकरीबन मैनू 15 तो 18 साल हो गए ने। 15 तो 18 साल। हाँ जी। ए ख्याल कित्थों आया सी? ਇਹ ਬਚਪਨ ਤੋਂ ਹੀ ਮਾੜਾ ਸ਼ੌਕ ਸੀ। ਜਿਉਂ ਥੋੜੇ ਜਿਹੇ ਤੋਂ ਹੋਏ ਆ ਤੇ ਸ਼ੌਕ ਸਾਡਾ ਵੱਧਦਾ ਗਿਆ ਤੇ ਸੀਲ ਮੁਰਗੇ ਸੋਹਣੇ ਲੱਗਦੇ ਹਨ। अच्छा ਮਾਸ਼ਾਅੱਲਾ ਇਹਨਾਂ ਦੀ ਖੂਬਸੂਰਤੀ ਬਹੁਤ ਜ਼ਿਆਦਾ ਵੇ। अच्छा ਉਦੋਂ ਤੋਂ ਹੀ ਫਿਰ ਸੀਲ ਮੁਰਗੇ ਆਸਤਾ ਆਸਤਾ ਰੱਖਣੇ ਸ਼ੁਰੂ ਕੀਤੇ ਨੇ। अच्छा ਇਹ ਕੋਸ਼ਿਸ਼ ਹੈ ਸੋਹਣੇ ਤੋਂ ਸੋਹਣੇ ਕੁੱਕੜ ਜਿਹੜੇ ਨੇ ਅਸੀਂ ਸੀਲ ਮੁਰਗ ਬਣਾਉਂਦੇ ਆ। माशाअल्लाह। ए दसो कि तुसीं ए असील मुर्गे कित्थों लैके आए सो? ਇਹ ਜੀ ਅਸੀਂ ਸੀਲ ਮੁਰਗੇ ਕੁਝ ਮੀਆਂ ਵਾਲੀ ਤੋਂ ਲਿਆਂਦੇ ਨੇ, ਉਹਨਾਂ ਦੀ ਬਰੀਡ ਕਰਾਈ ਹੈ। ਕੁਝ ਬੂਰੇ ਤੋਂ ਲਿਆਂਦੇ ਨੇ, ਉਹਨਾਂ ਦੀ ਬਰੀਡ ਕਰਾਈ ਹੈ। ਹਰ ਇਲਾਕੇ ਯਾਨੀ ਕਿ ਕਮਾਲੀਏ ਤੋਂ ਵੀ ਲਿਆਂਦੇ ਨੇ। ਹਰ ਇਲਾਕੇ ਦੇ ਮੁਰਗੇ ਲਿਆ ਕੇ ਤੇ ਹਾਂ ਮਿਕਸ ਕਰਕੇ ਤੇ ਉਹ ਕੁੱਕੜ ਸੋਹਣੇ ਬਣਾਏ ਨੇ। अच्छा ਤੁਹਾਡੇ ਕੋਲ ਕਿਹੜੀ ਨਸਲ ਦੇ ਅਸੀਲ ਨੇ? ਜੀ ਸਾਡੇ ਕੋਲ ਮੀਆਂ ਵਾਲੀ ਦੇ ਨੇ, ਉਧਰੋਂ ਕਮਾਲੀਏ ਦੇ ਨੇ ਜੀ, ਉਧਰੋਂ ਸਾਡੇ ਕੋਲ ਲਸਾਨੀ ਨੇ। अच्छा ਇੱਕ ਬਹੁਤ ਹੀ ਨਿਆਬ ਕੁੱਕੜ ਨੇ। अच्छा ਇਹਨਾਂ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਅਸੀਲ ਮੁਰਗੀਆਂ ਦੀ ਕਿਹੜੀ ਕਿਸਮ ਹੈ? ਇਹਨਾਂ ਚੋਂ ਸਭ ਤੋਂ ਮਸ਼ਹੂਰ ਮੀਆਂ ਵਾਲੀ ਦੇ ਕੁੱਕੜ ਨੇ ਸਾਡੇ ਕੋਲ ਲਸਾਨੀ। ਲਸਾਨੀ। ਇਹ ਜਿਹੜਾ ਫੜਿਆ ਜੇ ਕਿਹੜੀ ਨਸਲ ਹੈ? ਲਸਾਨੀ ਨਸਲ ਹੈ ਜੀ ਸਾਡੇ ਕੋਲ। ਇਹਦੀ ਖੂਬੀ ਜਾਂ ਤਾਕਤ ਦੀ ਵਜ੍ਹਾ ਨਾਲ ਮਸ਼ਹੂਰ ਹੈ ਜਾਂ ਖੂਬਸੂਰਤੀ ਦੀ ਵਜ੍ਹਾ ਨਾਲ ਮਸ਼ਹੂਰ ਹੈ? ਇਹ ਖੂਬਸੂਰਤ ਵੀ ਬਹੁਤ ਜ਼ਿਆਦਾ ਨੇ ਤੇ ਇਹ ਤਾਕਤਵਰ ਵੀ ਬਹੁਤ ਜ਼ਿਆਦਾ ਨੇ ਕੁੱਕੜ। ਅੱਜ ਸਰ ਤੁਹਾਡਾ ਸ਼ੌਕ ਹੈ, ਲੇਕਿਨ ਅਸੀਂ ਇਹਨੂੰ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਡਿਸਕਸ ਕਰਾਂਗੇ। ਇਹ ਦੱਸੋ ਕਿ ਅਸੀਲ ਮੁਰਗੀਆਂ ਤੋਂ ਪੈਸੇ ਕਿੰਜ ਕਮਾਈਦਾ? ਜੀ ਭਾਜੀ ਇਹਨਾਂ ਨੂੰ ਬਰੀਡ ਕਰਾਓ, ਬੱਚੇ ਉਤਾਂ ਹੁੰਦੇ ਨੇ, ਬੱਚੇ ਥੋੜੇ ਸਿਆਣੇ ਹੁੰਦੇ ਨੇ, 6-6 ਮਹੀਨਿਆਂ ਦੇ ਹੁੰਦੇ ਨੇ ਤੇ ਉਹ ਤਕਰੀਬਨ 10 ਤੋਂ 12 ਹਜ਼ਾਰ ਦਾ ਇੱਕ ਬੱਚਾ ਸੇਲ ਹੁੰਦਾ ਹੈ। ਅੱਛਾ 10 ਤੋਂ 12 ਹਜ਼ਾਰ ਦਾ ਇੱਕ ਬੱਚਾ ਸੇਲ ਹੁੰਦਾ ਹੈ। ਤੇ ਬੱਚਾ ਸੇਲ ਹੁੰਦਾ ਤੇ ਵੱਡਾ ਜਿਹੜਾ ਤਿਆਰ ਚੂਜ਼ ਹੈ ਉਹ ਕਿੰਨੇ ਦਾ? ਤਿਆਰ ਕੁੱਕੜ ਹੋ ਜਾਂਦਾ ਉਹ ਭਾਜੀ 30 ਤੋਂ 40 ਹਜ਼ਾਰ ਦਾ ਕੁੱਕੜ ਉਹ ਵਿਕਦਾ। ਫਿਰ ਇਹਨਾਂ ਦੀਆਂ ਕੀਮਤਾਂ ਘੱਟ ਤੋਂ ਘੱਟ ਕੀ ਨੇ ਤੇ ਵੱਧ ਤੋਂ ਵੱਧ ਕੀ ਨੇ? ਭਾਜੀ ਇਹਨਾਂ ਦੀ ਘੱਟ ਤੋਂ ਘੱਟ ਕੀਮਤ 10 ਤੋਂ 15 ਹਜ਼ਾਰ, ਵੱਧ ਤੋਂ ਵੱਧ 1 ਲੱਖ 2 ਲੱਖ। ਅੱਛਾ 2 ਲੱਖ ਤੱਕ ਜਾਂਦੇ ਨੇ? ਜੀ 2 ਲੱਖ ਤੱਕ ਇਹ ਕੁੱਕੜ ਵਿਕਦੇ ਨੇ। ਅੱਛਾ ਇੱਕ ਅਸੀਲ ਮੁਰਗੀ ਸਾਲ ਵਿੱਚ ਕਿੰਨੇ ਆਂਡੇ ਦਿੰਦੀ ਹੈ? ਇੱਕ ਅਸੀਲ ਮੁਰਗੀ ਸਾਲ 'ਚ 2 ਦਫਾ ਆਂਡੇ ਦਿੰਦੀ ਹੈ। ਕਿੰਨੇ? 7 ਤੋਂ 8 ਆਂਡੇ ਦਿੰਦੀ ਹੈ ਮਾਦੀ ਇੱਕ ਦਫਾ। ਅੱਛਾ ਉਹਦੇ ਬੱਚੇ ਕਢਾ ਲਈਦੇ ਨੇ, ਅੱਗੋਂ ਫਿਰ 6 ਮਾਹ ਬਾਅਦ 7 ਤੋਂ 8 ਆਂਡੇ ਦਿੰਦੀ ਹੈ। ਕਿਆ ਅਸੀਲ ਮੁਰਗੀ ਕੁੜਕ ਵੀ ਹੁੰਦੀ ਹੈ, ਪਾੜੇ ਬਹਿੰਦੀ ਜੀ ਹੈ? ਹਾਂਜੀ 7 ਤੋਂ 8 ਆਂਡੇ ਦੇ ਕੇ ਨੇ ਕੁੜਕ ਹੋ ਜਾਣਾ ਨੇ, ਪਾੜੇ ਤੇ ਬਹਿ ਜਾਣਾ। ਉਹ 7-8 ਆਂਡਿਆਂ ਵਿੱਚੋਂ ਚੂਜ਼ੇ ਨਿਕਲਣ ਦੀ ਰੇਸ਼ੋ ਕੀ ਹੈ? ਖਰਾਬ ਕਿੰਨੇ ਕੁ ਹੋ ਜਾਂਦੇ ਨੇ ਤੇ ਨਿਕਲ ਕਿੰਨੇ? ਸਾਰੇ ਦੇ ਸਾਰੇ ਹੀ ਬੱਚੇ ਨਿਕਲ ਆਉਂਦੇ ਨੇ। ਅੱਛਾ ਮਾਸ਼ਾਅੱਲਾ। ਸਾਰੇ ਦੇ ਸਾਰੇ ਨਿਕਲ ਆਉਂਦੇ ਨੇ ਜੀ। ਉਹ ਪਲਦੇ ਨੇ, ਉਹਨਾਂ 'ਚ ਸਾਰੇ ਵੀ ਪਲ ਜਾਂਦੇ ਨੇ, ਕਿਸੇ ਦਫਾ 2-4 ਵੀ ਪਲ ਜਾਂਦੇ ਨੇ। ਅੱਛਾ ਇਰਫਾਨ ਸਾਹਿਬ, ਅਗਰ ਇਹਨਾਂ ਦੇ ਚੂਜ਼ੇ ਤਿਆਰ ਕੀਤੇ ਬਗੈਰ ਆਂਡੇ ਬਲਕਿ ਇਹਨਾਂ ਦੇ ਸੇਲ ਕੀਤੇ ਜਾਣ ਤੇ ਆਂਡਿਆਂ ਦੀ ਕਿੰਨੀ ਡਿਮਾਂਡ ਹੈ? ਆਂਡੇ ਨਹੀਂ ਅਸੀਂ ਸੇਲ ਕਰਦੇ, ਅਸਾਂ ਹਮੇਸ਼ਾ ਕੁੱਕੜ ਹੀ ਸੇਲ ਕੀਤੇ ਨੇ, ਆਂਡੇ ਨਹੀਂ ਸੇਲ ਕੀਤੇ। ਅੰਡੇ ਦਾ ਰੇਟ ਆਮ ਤੌਰ ਤੇ ਕੀ ਹੈ? ਅੰਡਾ ਭਾਜੀ 500 ਦਾ ਵੀ ਵਿਕ ਜਾਂਦਾ, 400 ਦਾ ਵੀ ਵਿਕ ਜਾਂਦਾ, ਜਿੱਥੇ ਕੋਈ ਗਾਹਕ ਆਏ ਉੱਥੇ ਦੇ ਛੱਡੀ। ਅੱਛਾ ਇਰਫਾਨ ਭਾਈ ਇਹ ਵੀ ਦੱਸੋ ਕਿ ਅਸੀਲ ਮੁਰਗੀਆਂ ਦੀਆਂ ਬਿਮਾਰੀਆਂ ਕਿਹੜੀਆਂ ਨੇ? ਇਹਨਾਂ ਨੂੰ ਭਾਜੀ ਅੱਜ ਕੱਲ੍ਹ ਬਿਮਾਰੀ ਆਉਂਦੀ ਹੈ, ਇਹਨਾਂ ਦੇ ਗਲੇ ਖਰਾਬ ਹੁੰਦੇ ਨੇ, ਗਲੇ ਦੇ ਵਿੱਚ ਦਾਣੇ ਬਣ ਜਾਂਦੇ ਨੇ, ਇਹਨਾਂ ਦੀ ਅੰਤੜੀ ਦੇ ਵਿੱਚ ਜ਼ਖਮ ਹੋ ਜਾਂਦੇ ਨੇ। ਅੱਛਾ ਉਹਦੀ ਟਰੀਟਮੈਂਟ ਨਾ ਕੀਤੀ ਜਾਏ ਤੇ ਉਹਦੇ ਨਾਲ ਇਹ ਜਾਨਵਰ ਮਰ ਜਾਂਦੇ ਨੇ। ਉਹਦੀ ਟਰੀਟਮੈਂਟ ਇਹ ਜਦੋਂ ਬਹੁਤ ਜ਼ਿਆਦਾ ਬਿਮਾਰੀ ਹਮਲਾ ਕਰਦੇ ਜੀ, ਫਿਰ ਇਹਨਾਂ ਨੂੰ ਮੈਡੀਸਨ ਕੋਈ ਵੀ ਨਹੀਂ ਕੰਮ ਕਰਦੀ, ਮੈਡੀਸਨ ਨਹੀਂ ਦੇਣੀ ਚਾਹੀਦੀ। ਇਹਨਾਂ ਨੂੰ ਸਿਰਫ ਥੋਮ ਲਸਣ ਜਿਹੜਾ ਉਹ ਹੀ ਕੁੱਟ ਕੇ ਪਾਣੀ ਬਣਾ ਕੇ ਉਹ ਹੀ ਸਿਰਫ ਇਹਨਾਂ ਦੀ ਯਾਨੀ ਕਿ ਦੇਸੀ ਟੋਟ ਕੇ ਕਰਨੀ ਚਾਹੀਦੀ। ਦੇਸੀ ਟੋਟ ਨਹੀਂ ਤੇ ਇਰਫਾਨ ਭਾਈ ਇਹਨਾਂ ਦੀ ਕੋਈ ਵੈਕਸੀਨੇਸ਼ਨ ਵੀ ਤੇ ਹੋਏਗੀ ਨਾ? ਜੀ ਹਾਂਜੀ ਇਹਨਾਂ ਦੀ ਵੈਕਸੀਨੇਸ਼ਨ ਜ਼ਰੂਰੀ ਹੈ ਜੀ। ਇਹਨਾਂ ਨੂੰ ਹਰ 3 ਮਹੀਨੇ ਤੋਂ ਬਾਅਦ ਇੱਕ ਇੰਜੈਕਸ਼ਨ ਮਿਲਦਾ, ਉਹ ਲਾਣਾ ਚਾਹੀਦਾ। ਰਾਣੀ ਖੇਤ ਦੀ ਬਿਮਾਰੀ ਇਹ ਮੁਰਗੀਆਂ ਤੇ ਵੀ ਆਉਂਦੀ ਹੈ? ਜੀ ਇਹਨਾਂ ਦਾ ਵੀ ਬਹੁਤ ਜ਼ਿਆਦਾ ਬਿਮਾਰੀ। ਜਿਸ ਤਰ੍ਹਾਂ ਆਮ ਮੁਰਗੀਆਂ ਦੀ ਬਿਮਾਰੀਆਂ ਨੇ, ਫਿਰ ਇਹਨਾਂ ਦੀ ਵੀ ਉਹੀ ਬਿਮਾਰੀਆਂ ਨੇ। ਅੱਛਾ ਖੁਰਾਕ ਇਹਨਾਂ ਦੀ ਆਮ ਮੁਰਗੀਆਂ ਜੈਸੀ ਹੈ ਜਾਂ ਖਾਸ ਇਹਨਾਂ ਦੀ ਖੁਰਾਕ? ਨਹੀਂ ਇਹਨਾਂ ਦੀ ਖੁਰਾਕ ਜਿਹੜੀ ਉਹ ਭਾਜੀ ਖਾਸ ਹੈ। ਇਹਨਾਂ ਨੂੰ ਅੱਜ ਕੱਲ੍ਹ ਬਾਜਰਾ ਪਾਉਣਾ ਚਾਹੀਦਾ ਜੀ,
ਨਾਲ ਬਦਾਮ ਦੇਣੇ ਚਾਹੀਦੇ ਨੇ। ਬਦਾਮ ਦੇਣ ਦਾ ਤਰੀਕਾ ਕੀ ਹੈ? ਇਹ ਭਾਜੀ ਬਦਾਮ ਗਿਰੀਆਂ ਨਾਲ ਨੂੰ ਕੁੱਟ ਕੇ ਤੇ ਅੱਗੇ ਧਰੋ ਤੇ ਆਪੇ ਖਾ ਜਾਂਦੇ ਨੇ। ਅੱਛਾ, ਤੇ ਬਾਜਰਾ ਬਦਾਮ ਹੋਰ ਕੀ? ਅੱਜ ਕੱਲ੍ਹ ਸਿਰਫ ਬਦਾਮ ਤੇ ਬਾਜਰਾ ਹੀ ਦਿਓ। ਅੱਜ ਕੱਲ੍ਹ ਸਰਦੀਆਂ ਨੇ। ਹਾਂ, ਜੇ ਕੁੱਕੜ ਨੂੰ ਕੋਈ ਤਿਆਰੀ ਦੇਣੀ ਹੋਏ ਤੇ ਉਹਦੇ ਵਾਸਤੇ ਭਾਜੀ ਸੌਂਫ ਥੋੜ੍ਹੀ ਜਿਹੀ ਲੈ ਲਓ, ਜਵੈਣ ਲੈ ਲਓ, ਉਹਦੇ ਵਿੱਚ 2-3 ਮੁਨੱਕੇ ਪਾ ਲਓ ਜੀ, ਦੇਸੀ ਅੰਡੇ ਦੀ ਇੱਕ ਜ਼ਰਦੀ ਪਾ ਲਓ। ਅੱਛਾ, ਉਹ ਤਿਆਰੀ ਵਾਸਤੇ ਦੱਸਦੇ ਪਏ? ਹਾਂਜੀ, ਤਿਆਰੀ ਆ। ਅੱਛਾ, ਤਿਆਰੀ ਕਰਕੇ ਲੜਾਈਆਂ ਕਰਵਾਉਣਾ, ਮੁਕਾਬਲਾ ਕਰਵਾਉਣਾ ਜ਼ਾਤੀ ਤੌਰ ਤੇ ਮੈਂ ਚੀਜ਼ਾਂ ਪਸੰਦ ਨਹੀਂ ਕਰਦਾ। ਅਸੀਂ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ ਜੀ। ਇਹਨਾਂ ਮੁਰਗਿਆਂ ਦੇ ਖਰਚਾ ਫਿਰ ਆਮ ਮੁਰਗੀਆਂ ਨਾਲੋਂ ਚੌਖਾ ਹੁੰਦਾ ਹੈ? ਹਾਂਜੀ, ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੈ, ਲੇਕਿਨ ਫਿਰ ਪ੍ਰੋਫਿਟ ਦੀ ਗੱਲ ਕਰਾਂਗੇ ਤੇ ਪ੍ਰੋਫਿਟ ਵੀ ਚੌਖਾ ਲੱਭੇਗਾ। ਹਾਂਜੀ, ਪ੍ਰੋਫਿਟ ਵੀ ਬਹੁਤ ਜ਼ਿਆਦਾ ਹੋਏਗਾ। ਅੱਛਾ, ਮੈਂ ਸੁਣਿਆ ਸੀ ਕਿ ਅਸੀਲ ਮੁਰਗੇ ਜਦੋਂ ਜਵਾਨ ਹੁੰਦੇ ਨੇ ਇਹ ਇੱਕ ਦੂਸਰੇ ਦੇ ਨਾਲ ਰਲ ਕੇ ਨਹੀਂ ਖਾਂਦੇ। ਨਹੀਂ ਖਾਂਦੇ। ਤੁਹਾਡੇ ਕੋਲ ਐਨੇ ਅਸੀਲ ਮੁਰਗੇ ਇਕੱਠੇ ਕਿਵੇਂ ਰਹਿੰਦੇ ਪਏ ਨੇ? ਇਹ ਭਾਜੀ ਇਕੱਠੇ ਹੀ ਨਿਕਲੇ ਨੇ, ਇਕੱਠੇ ਹੀ ਫਿਰਦੇ ਨੇ ਪਏ। ਅੱਛਾ, ਇਸ ਵਾਸਤੇ ਇਕੱਠੇ ਰਹਿੰਦੇ ਨੇ। ਜੂ ਹੀ ਜਵਾਨ ਹੋਣਗੇ, ਕੁੱਕੜ ਬਣ ਜਾਣਗੇ ਤੇ ਇਹਨਾਂ ਨੂੰ ਫਿਰ ਅਲੱਗ-ਅਲੱਗ ਡੱਕਣਾ ਪਏਗਾ। ਤੁਹਾਡੇ ਕੋਲ ਕਿਹੜੀ ਉਮਰ ਦੇ ਆ ਅਸੀਲ ਮੁਰਗੇ ਨੇ? ਸਾਡੇ ਕੋਲ ਭਾਈਜਾਨ 8 ਤੋਂ 10 ਸਾਲ ਦਾ ਵੀ ਮੁਰਗਾ। ਅੱਛਾ, ਇਹ ਮਾਦੀਆਂ ਨੇ ਕਿ ਜਿਹੜੀਆਂ 15-15 ਸਾਲ ਦੀਆਂ ਵੀ ਨੇ। ਅੱਛਾ, ਤੇ ਜਵਾਨ ਅਸੀਲ ਮੁਰਗਾ ਕਿੰਨੇ ਸਾਲ ਦਾ ਜਾਂ ਮਹੀਨੇ ਦੇ ਨੂੰ ਕਵਾਂਗੇ ਅਸੀਂ? ਭਾਜੀ ਜਿਹੜਾ ਜਵਾਨ ਮੁਰਗਾ ਹੁੰਦਾ 1 ਸਾਲ ਤੋਂ ਬਾਅਦ ਮੁਰਗ ਜਵਾਨ ਹੋ ਜਾਂਦਾ। ਠੀਕ ਹੈ, 1 ਸਾਲ ਦਾ ਇਹ ਮੁਰਗ ਜਿਹੜਾ ਉਹ ਜਵਾਨ ਹੁੰਦਾ, ਸਾਲ ਤੋਂ ਬਾਅਦ। ਇਰਫਾਨ ਸਾਹਿਬ, ਇਹਨਾਂ ਦਾ ਲੜਨਾ ਫਿਤਰਤ ਵਿੱਚ ਆ ਜਾਂ ਸਿਖਾਇਆ ਜਾਂਦਾ ਜੀ? ਇਹਨਾਂ ਦਾ ਲੜਨਾ ਫਿਤਰਤ 'ਚ ਸਿਖਾਇਆ ਨਹੀਂ ਜਾਂਦਾ। ਅੱਛਾ, ਤੇ ਇਹਨਾਂ ਦੇ ਵਾਸਤੇ ਫਿਰ ਅਲੱਗ-ਅਲੱਗ ਡਰਬੇ ਬਣਾਏ ਜਾਣਗੇ? ਹਾਂਜੀ, ਇਹਨਾਂ ਵਾਸਤੇ ਅਲੱਗ-ਅਲੱਗ ਜਿਹੜਾ ਨਾ ਉਹ ਬਣਾਏ ਜਾਣਗੇ ਖਾਨੇ ਜੀ। ਇਹਨਾਂ ਜੋ ਜਵਾਨ ਹੋਣਾ ਤੇ ਅਲੱਗ-ਅਲੱਗ ਹੀ ਰਹਿਣਾ। ਅੱਛਾ, ਇਰਫਾਨ ਸਾਹਿਬ, ਇੱਕ ਅਸੀਲ ਮੁਰਗੇ ਤੇ ਜਿਹੜਾ ਤੁਸੀਂ ਅਸੀਲ ਮੁਰਗਾ ਚੁੱਕਿਆ ਲਸਾਨੀ ਦੱਸਦੇ ਪਏ ਹੋ, ਹਾਂਜੀ, ਇਹਦੇ ਤੇ ਤੁਹਾਡਾ ਰੋਜ਼ ਦਾ ਕਿੰਨੇ ਰੁਪਏ ਖਰਚਾ ਆ ਜਾਂਦਾ ਹੈ? ਇਹਦੇ ਤੇ ਭਾਜੀ ਰੋਜ਼ ਦਾ ਤਕਰੀਬਨ 100 ਰੁਪਇਆ ਖਰਚਾ ਆ ਜਾਂਦਾ। ਅੱਛਾ, ਇਹਨੂੰ ਬਾਜਰਾ ਵੀ ਪਾਣਾ, ਅਸਾਂ ਬਦਾਮ ਵੀ ਪਾਣੇ ਨੇ। ਅੱਛਾ ਇਰਫਾਨ ਸਾਹਿਬ, 100 ਰੁਪਈਆ ਖਿਲਾ ਕੇ ਇਹਨ ਕਿਹੜਾ ਤੁਹਾਨੂੰ ਦੁੱਧ ਦੇਣਾ, ਇੰਨਾ ਖਰਚਾ ਤੇ ਬੱਕਰੀ ਤੇ ਨਹੀਂ ਆਉਂਦਾ। ਬੱਕਰੀ ਤੇ 15-20 ਰੁਪਏ ਖਰਚਾ ਆਉਂਦਾ। ਇਹਦਾ 100 ਰੁਪਈਆ ਤੁਸੀਂ ਕਿੱਥੋਂ ਜਸਟੀਫਾਈ ਕਰੋਗੇ, ਕਿੱਥੋਂ ਕੱਢੋਗੇ? ਇਹ ਭਾਜੀ ਇਹ ਜਾਨਵਰ ਸਾਰੇ ਜਵਾਨ ਹੁੰਦੇ ਨੇ, ਵਿੱਚੋਂ ਵੇਚ ਲੈਨੇ ਆ। ਅੱਛਾ, ਤੇ ਵੇਚ ਕੇ ਖਰਚਾ ਇਹਨਾਂ ਤੇ ਲਾਈ ਜਾਂਦੇ ਆ। ਅੱਛਾ, ਨਹੀਂ ਸਾਨੂੰ ਸਮਝਾਓ ਨਾ। ਇੱਕ ਬੰਦਾ, ਤੁਹਾਡਾ ਸ਼ੌਕ ਹੈ, ਇੱਕ ਬੰਦਾ ਕਮਾਈ ਕਰਨਾ ਚਾਹੁੰਦਾ ਹੈ, ਘਰ ਚਲਾਉਣਾ ਚਾਹੁੰਦਾ ਹੈ, ਕਿਚਨ ਚਲਾਉਣਾ ਚਾਹੁੰਦਾ ਹੈ, ਉਹਨੂੰ ਕਿਸ ਤਰ੍ਹਾਂ ਅਸੀਲ ਮੁਰਗਿਆਂ ਦੀ ਫਾਰਮਿੰਗ ਕਰਨੀ ਚਾਹੀਦੀ ਹੈ? ਭਾਜੀ ਜਿਹੜਾ ਬੰਦਾ ਕਿਚਨ ਚਲਾਉਣਾ ਚਾਹੁੰਦਾ ਉਹਦਾ ਖਰਚਾ ਘੱਟ ਹੈ। ਉਹ ਸਿਰਫ ਇਹਨਾਂ ਨੂੰ ਅੱਜ ਕੱਲ੍ਹ ਬਾਜਰਾ ਪਾਏ, ਬਦਾਮ ਨਾ ਪਾਏ। ਠੀਕ, ਤੇ ਬਾਜਰਾ ਪਾਈਏ ਤੇ ਖੁਰਾਕ ਇੱਕ ਜਾਨਵਰ ਦੀ ਜ਼ਿਆਦਾ ਤੋਂ ਜ਼ਿਆਦਾ ਲਾ ਲਓ, ਅੱਧਾ ਕਿਲੋ ਬਾਜਰਾ ਰੋਜ਼ ਦਾ 15 ਰੁਪਏ ਦਾ, ਯਾਨੀ 15 ਰੁਪਏ ਰੋਜ਼ ਦਾ ਖਰਚਾ ਸੀ? ਰੋਜ਼ ਦਾ ਖਰਚਾ। ਅੱਛਾ, ਇਹ ਵੀ ਦੱਸੋ ਕਿ ਜਦੋਂ ਮੈਂ ਇੰਨੇ ਕੁ ਮੁਰਗੇ ਰੱਖ ਲਏ, ਤੁਹਾਡੇ ਕੋਲ ਟੋਟਲ ਕਿੰਨੇ ਮੁਰਗੇ ਨੇ ਛੋਟੇ ਵੱਡੇ? ਮਾਸ਼ਾਅੱਲਾ ਸਾਡੇ ਕੋਲ 200-250 ਮੁਰਗੇ ਇਸ ਟਾਈਮ। 200-250 ਮੁਰਗੇ। ਇਹਨਾਂ ਨੂੰ ਮੈਂ ਇੰਨੀ ਜ਼ਿਆਦਾ ਤਾਦਾਦ ਵਿੱਚ ਸੇਲ ਕਿੱਥੇ ਕਰਾਂਗਾ? ਇਹ ਭਾਜੀ ਸਾਡੇ ਕੋਲ ਬੇਬਾਰ ਦੁਨੀਆ ਜਿਹੜੀ ਹੈ ਵਜ਼ੀਰਾਬਾਦ ਤੋਂ, ਸਿਆਲਕੋਟ ਤੋਂ, ਡਸਕੇ ਤੋਂ ਆਉਂਦੀ ਹੈ। ਉਂਝ ਵੀ ਆਨਲਾਈਨ ਵੀ ਸੇਲ ਹੋ ਜਾਂਦੇ ਨੇ? ਆਨਲਾਈਨ ਵੀ ਸੇਲ ਹੋ ਜਾਂਦੇ ਨੇ, ਹਾਂਜੀ। ਠੀਕ ਹੈ, ਤੇ ਅਗਰ ਇਹ ਮੁਰਗੇ ਖਰੀਦਣਾ ਹੋਣ ਤੇ ਖਰੀਦੇ ਕਿੱਥੋਂ ਬੰਦਾ, ਤੇ ਇਹਨਾਂ ਦੀ ਨਿਸ਼ਾਨੀਆਂ ਕੀ ਨੇ? ਅਸੀਲ, ਪਿਓਰ ਅਸੀਲ, ਖਾਲਸ ਅਸੀਲ ਮੁਰਗੇ ਦੀ ਕੋਈ ਨਿਸ਼ਾਨੀਆਂ ਵੀ ਦੱਸੋ। ਭਾਜੀ ਪਿਓਰ ਸੀਲ ਮੁਰਗ ਦੀ ਨਿਸ਼ਾਨੀ ਇਹ ਕਿ ਉਹਦਾ ਚਿਹਰਾ ਥੋੜਾ ਜਿਹਾ ਛੋਟਾ ਹੋਏਗਾ। ਚਿਹਰਾ ਛੋਟਾ ਹੋਏਗਾ, ਅੱਖ ਥੋੜੀ ਡੂੰਗੀ ਹੋਏਗੀ। ਅੱਖ ਡੂੰਗੀ ਹੋਏਗੀ। ਉਹਦੀ ਪੂਛਲ ਮਗਰ ਸੋਹਣੀ ਹੋਏਗੀ, ਲੰਮੀ ਪੂਛਲ। ਉਹਦੇ ਆ ਜਿਹੜੇ ਪੱਲੇ ਨੇ ਇਹ ਮਾਸ਼ਾਅੱਲਾ ਜ਼ਰਾ ਵੱਡੇ ਹੋਣਗੇ, ਪਰ ਵੱਡੇ ਹੋਣਗੇ। ਰੰਗ ਉਹਦਾ ਇਹ ਲਾ ਲਓ ਕਿ ਇੱਕ ਅਸੀਲ ਮੁਰਗ ਹੈ। ਅੱਛਾ, ਤੇ ਇਹਦਾ ਵਜ਼ਨ ਆਮ ਤੌਰ ਤੇ ਕਿੰਨੇ ਕੁ ਕੇਜੀ ਹੁੰਦਾ ਜੇ? ਇਹਦਾ ਮਾਸ਼ਾਅੱਲਾ ਵਜ਼ਨ 4 ਤੋਂ 4.5 ਕੇਜੀ। 4.5 ਕਿਲੋ ਤੱਕ? ਹਾਂਜੀ। ਅੱਛਾ, ਅਸੀਲ ਮੁਰਗੇ ਖੂਬਸੂਰਤ ਵੀ ਨੇ, ਲੜਾਈ ਵਾਸਤੇ ਵੀ ਯੂਜ਼ ਹੁੰਦੇ ਨੇ, ਤੇ ਇਹਨਾਂ ਨੂੰ ਗੋਸ਼ਤ ਦੇ ਤੌਰ ਤੇ ਇਸਤੇਮਾਲ ਲੋਕ ਕਿਉਂ ਨਹੀਂ ਕਰਦੇ? ਜੀ ਇਹ ਕੀਮਤੀ ਜਾਨਵਰ ਹੈ, ਇਹਨੂੰ ਹਰ ਇਨਸਾਨ ਨਹੀਂ ਗੋਸ਼ਤ ਦੇ ਤੌਰ ਤੇ ਇਸਤੇਮਾਲ ਕਰ ਸਕਦਾ। ਠੀਕ। ਇੱਕ ਮੁਰਗ 50,000 ਤੋਂ 60,000 ਦਾ ਮੁਰਗ ਹੈ, ਤੇ ਗੋਸ਼ਤ 50-60,000 ਦਾ ਕਿਸੇ ਖਾਣਾ ਤੋਂ ਬੱਕਰੇ ਲਿਆ ਖਾ ਲੇਗਾ। ਬਿਲਕੁਲ ਐਸਾ ਹੀ ਹੈ। ਅੱਛਾ, ਸਾਨੂੰ ਇਹ ਦੱਸੋ ਕਿ ਜਿਹੜੀ ਖਵਾਤੀਨ, ਤਲਬਾ ਇਹ ਕੰਮ ਘਰ ਕਰਕੇ ਆਪਣਾ ਖਰਚਾ ਚਲਾਉਣਾ ਚਾਹਣ, ਤੁਸੀਂ ਕੀ ਮਸ਼ਵਰਾ ਦੋਗੇ ਕਿ ਕਿੰਨੇ ਪਰਿੰਦਿਆਂ ਤੋਂ, ਕਿੰਨੇ ਮੁਰਗਿਆਂ ਤੋਂ ਇਹ ਕੰਮ ਸਟਾਰਟ ਕਰਨਾ ਚਾਹੀਦਾ? ਉਹ ਇੱਕ ਕੁਕੜੀ ਤੇ ਇੱਕ ਕੁੱਕੜ ਰੱਖ ਲੈਣ, ਬਸ ਜੋੜਾ? ਇੱਕ ਜੋੜਾ। ਠੀਕ ਹੈ। ਉਹਨਾਂ ਦੇ ਬੱਚੇ ਕਢਾਈ ਜਾਣ, ਕੋਈ ਨਸਲ ਗਾਂ ਜ਼ਿਆਦਾ ਵੱਧਦੀ ਜਾਏਗੀ, ਉਹ ਤੋਂ ਹੀ ਉਹਨਾਂ ਦਾ ਕਿਚਨ ਇਨਸ਼ਾਅੱਲਾ ਚੱਲ ਪਏਗਾ। ਯਾਨੀ ਕਿ ਖਵਾਤੀਨ ਤੇ ਤਲਬਾ ਇਹ ਕੰਮ ਘਰ ਛੋਟੇ ਪੈਮਾਨੇ ਤੇ ਕਰ ਸਕਦੀਆਂ ਨੇ। ਬਿਲਕੁਲ। ਅੱਛਾ, ਔਰ ਸਰਦੀਆਂ ਗਰਮੀਆਂ ਵਿੱਚ ਇਹਨਾਂ ਦਾ ਟੈਂਪਰੇਚਰ ਤੇ ਨਹੀਂ ਕੋਈ ਮੈਨੇਜ ਕਰਨਾ ਪੈਂਦਾ? ਗਰਮੀਆਂ ਦੇ ਵਿੱਚ ਇਹਨਾਂ ਨੂੰ ਗਰਮੀ ਲੱਗਦੀ ਹੈ ਬਹੁਤ ਜ਼ਿਆਦਾ, ਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਸਰਦੀ ਲੱਗਦੀ ਹੈ। ਅੱਛਾ, ਗਰਮੀਆਂ ਦੇ ਵਿੱਚ ਇਹਨਾਂ ਨੂੰ ਠੰਡਕ ਦੀ ਜ਼ਰੂਰਤ ਹੈ ਜੀ, ਗਰਮੀਆਂ ਦੇ ਸਿਆਲ ਦੇ ਵਿੱਚ ਇਹਨਾਂ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਹੀਟ ਦੀ ਜ਼ਰੂਰਤ ਹੈ। ਠੀਕ। ਉਹ ਮੈਨੇਜ ਕਰਨਾ ਪੈਂਦਾ। ਹੀਟ ਕਿਵੇਂ ਦੇਵਾਂਗੇ ਤੇ ਸਰਦੀ ਵਿੱਚ, ਗਰਮੀ ਵਿੱਚ ਇਹਨਾਂ ਨੂੰ ਠੰਡਾ ਕਿਵੇਂ ਰੱਖਾਂਗੇ? ਜੀ ਸਰਦੀ ਦੇ ਵਿੱਚ ਇਹਨਾਂ ਨੂੰ ਕਮਰਾ ਇਹਨਾਂ ਦਾ ਬੰਦ ਹੋਏ। ਠੀਕ। ਇਹਨਾਂ ਦੇ ਥੱਲੇ ਤੋਸ਼ੋ ਪੈਣ, ਬੂਰਾ ਸ਼ੂਰਾ ਪਏ। ਠੀਕ। ਜਿਹੜੇ ਕਿ ਨਿੰਗੇ ਹੋ ਕੇ ਤੇ ਬੈਠੇ ਰਹਿਣ। ਠੀਕ, ਵੈਰੀ ਗੁੱਡ। ਅੱਛਾ, ਹੁਣ ਐਂਡ ਤੇ ਮਸ਼ਵਰਾ ਦਿਓ ਕਿ ਜਿਹੜੇ ਬੇਸ਼ੁਮਾਰ ਪਾਕਿਸਤਾਨੀ ਦੁਨੀਆ ਤੋਂ ਲੋਕ ਤੁਹਾਨੂੰ ਵੇਖਣਾ ਚਾਹੁੰਦੇ ਨੇ, ਵੇਖਦੇ ਪਏ ਨੇ, ਉਹ ਸੀਲ ਮੁਰਗਿਆਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਮਸ਼ਵਰਾ ਕੀ ਦੇਣਾ ਪਸੰਦ ਕਰੋਗੇ? ਸਾਡਾ ਭਾਜੀ ਉਹਨਾਂ ਨੂੰ ਮਸ਼ਵਰਾ
ਉਹ ਅੱਛੀ ਮਾਦੀ ਲੈਣ ਮੀਆਂ ਵਾਲੀ ਦੀ ਠੀਕ ਤੇ ਅੱਛਾ ਕੁੱਕੜ ਲੈਣ ਕਮਾਲੀਏ ਦਾ, ਠੀਕ ਉਹ ਜੋੜਾ ਮਿਲਾ ਕੇ ਉਹਦੇ ਬੱਚੇ ਕਢਾਣ ਇੰਸ਼ਾਅੱਲਾ ਤੇ ਘਰ ਚਲਾਣ। ਹਾਂਜੀ ਅਗਰ ਕੋਈ ਬੰਦਾ ਜੀ ਅਗਰ ਕੋਈ ਬੰਦਾ ਬਰੀਡ ਬਣੇਗੀ ਤੇ ਉਹਨਾਂ ਦੀ ਭਾਜੀ ਸੇਲ ਹੋਏਗੀ। ਅਗਰ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ, ਤੁਹਾਡੇ ਕੋਲ ਮੁਰਗੇ ਖਰੀਦਣਾ ਚਾਹੇ, ਰਹਿਨਮਾਈ ਹਾਸਲ ਕਰਨਾ ਚਾਹੇ, ਤੁਹਾਡੇ ਨਾਲ ਰਾਬਤਾ ਕਿੰਜ ਕਰੇ? ਜੀ ਭਾਜੀ ਸਾਡਾ ਫੋਨ ਨੰਬਰ ਲਿਖ ਲਓ। ਠੀਕ ਹੈ, ਲਿਖਵਾ ਦੋ, ਬੋਲ ਦਿਓ। 0331 62 55 646। ਫਿਰ ਬੋਲਿਓ। 0331 62 55 646। ਇਰਫਾਨ ਸਾਹਿਬ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ, ਤੁਹਾਡੀ ਵਾਹ ਵਾਹ ਸਾਰੀ ਮਿਹਰਬਾਨੀ ਜੀ।